देश दुनिया की हर वड्डी खबर दे हुणे डाउनलोड करो नंबर 1 न्यूज़ ऐप दैनिक सवेरा टाइम्स। ਬਜਟ ਸੈਸ਼ਨ ਸ਼ੁਰੂ ਹੋਣ ਵਾਲਾ ਪਾਰਲੀਮੈਂਟ ਦੇ ਵਿੱਚ ਹੁਣ ਕੀ ਰਣਨੀਤੀ ਰਹੇਗੀ। ਇੱਥੇ ਤੇ ਤੁਸੀਂ 30 ਦਿਨਾਂ ਤੋਂ ਬੈਠੇ ਹੋਏ ਹੋ ਔਰ ਤੁਸੀਂ ਲਗਾਤਾਰ ਕਹਿ ਰਹੇ ਹੋ ਸਰਕਾਰ ਸਾਡੀ ਗੱਲ ਸੁਣ ਨਹੀਂ ਰਹੀ, ਕਿਸਾਨਾਂ ਦੀ ਵੀ ਨਹੀਂ ਸੁਣ ਰਹੀ ਔਰ ਤੁਹਾਡੀ ਆਵਾਜ਼ ਵੀ ਕਿਤੇ ਨਹੀਂ ਜਾ ਰਹੀ। ਪਰ ਉਹਦੇ ਵਿੱਚ ਅਜੇ 20-25 ਦਿਨ ਪਏ ਨੇ ਤੇ ਤੁਸੀਂ ਦੇਖਿਆ ਵੀ ਰੋਜ਼ ਜਿਹੜੀਆਂ ਏ ਉਹ ਗਿਣਤੀ ਆ ਜਿਹੜੀ ਲਾਸ਼ਾਂ ਦੀ, ਜਿਹੜੀ ਸ਼ਹਾਦਤਾਂ ਦੀ, ਉਹ ਵੱਧਦੀ ਜਾ ਰਹੀ ਹੈ। ਉਹ ਕੌਣ ਮੋੜੂਗਾ? ਆਉਣ ਤੋਂ ਪਹਿਲਾਂ ਇਹ ਕਹਿੰਦੇ ਸੀ ਵੀ ਮੈਂ ਐਸੀ ਲੋਕਤੰਤਰ, ਐਸੀ ਡੈਮੋਕ੍ਰੇਸੀ ਲੈ ਕੇ ਆਉਂਗਾ ਜਿਹਦੇ ਵਿੱਚ ਇੱਕ ਆਮ ਗਰੀਬ ਚਾਹ ਵਾਲੇ ਦੀ ਤੱਕ ਵੀ ਸੁਣਵਾਈ ਹੋ। ਇੱਥੇ ਚਾਹ ਵਾਲੇ ਦੀ ਤਾਂ ਗੱਲ ਛੱਡੋ, ਚਾਹ ਵਾਲੇ ਜਿਹਨੂੰ ਬਣਾਉਂਦੇ ਆ ਐਮਪੀਆਂ ਨੂੰ, ਉਹ 1 ਮਹੀਨਾ ਹੋ ਗਿਆ ਕੋਈ ਪਾਰਲੀਮੈਂਟ ਫੇਅਰ ਮਿਨਿਸਟਰ ਕੋਈ ਇਹ ਤਾਂ ਪੁੱਛਣ ਆਵੇ ਵੀ ਤੁਸੀਂ ਬੈਠੇ ਕਿਉਂ ਹੋ। ਤੁਸੀਂ ਆਪਦੇ ਫੇਸਬੁੱਕ ਪੇਜ ਤੇ ਲਾਈਵ ਹੋ ਕੇ ਕਹਿ ਰਹੇ ਸੀਗੇ ਕਿ ਕਿਸਾਨ ਮਿਲਣ ਜਾਂਦੇ ਆ ਤੇ ਮੰਤਰੀਆਂ ਨੂੰ ਕੁੰਡਾ ਲਾ ਕੇ ਅੰਦਰ ਡੱਕ ਲੈਣ। ਇਹਦਾ ਮਤਲਬ ਕੀ ਹੈਗਾ? ਕਿਸਾਨ ਕੀ ਮੰਤਰੀਆਂ ਨੂੰ ਅਗਵਾ ਕਰ ਲੈਣ, ਹੋਸਟੇਜ ਬਣਾ ਲੈਣ? ਕੀ ਮਤਲਬ ਇਹਦਾ? ਤਾਂ ਵਾਇਲੈਂਟ ਤਾਂ ਕਦੇ ਹੋਣਾ ਨਾ ਕਦੇ ਹੋਏ ਆ, ਅਸੀਂ ਤਾਂ ਆਪ ਜਾਨਾਂ ਦੇਣ ਵਾਲੇ ਆ। ਗੱਲ ਇਹ ਆ ਬਈ ਰੋਜ਼ ਉਹ ਸੋਚਦੇ ਆ ਵੀ ਅਸੀਂ ਬਹੁਤ ਇੱਕ ਦਿਨ ਕੱਢ ਕੇ 10 ਦਿਨ ਹੋਰ ਪਾਤੇ ਮੀਟਿੰਗ ਤੇ ਮੈਂ ਤਾਂ ਇੱਕ ਕਿਸਾਨ, ਕਿਉਂਕਿ ਬੜੇ ਲੀਡਰ ਵੱਡੇ ਨੇ, ਅਸੀਂ ਤਾਂ ਉਹਨਾਂ ਦੇ ਬੱਚੇ ਹੋਣ ਨਾਤੇ ਹੀ ਆ ਵੀ ਹੁਣ ਇਹ ਕਿੰਨੀ ਕੁ ਵਾਰ ਰੋਜ਼ ਉਹਨਾਂ ਨੂੰ ਕਹੋ ਵੀ ਇੱਕ ਵਾਰ ਬੈਠੇ ਆ, ਇੱਥੇ ਬੈਠੇ ਆ ਭਾਈ, ਮੁਕਾ ਕੇ ਭੇਜੋ ਮੀਟਿੰਗ। ਨਹੀਂ ਬਾਰ-ਬਾਰ ਨਾਲ ਫਿਰ ਆਉਣ ਨਾਲੋਂ ਤੇ ਇੱਕ ਵਾਰ ਚੀਫ ਗੱਲ ਦਾ ਫਾਹਾ ਵੱਢੀਏ। ਰੋਜ਼ ਆਉਨੇ ਆ, ਰੋਜ਼ ਜਾਂਦੇ ਆ, ਉਹਨੇ ਚਿਰ 'ਚ 10 ਬੰਦੇ ਮਰ ਜਾਂਦੇ, ਸ਼ਹੀਦ ਹੋ ਜਾਂਦੇ ਆ। ਤੇ ਇਸ ਕਰਕੇ ਵੀ ਜਿਵੇਂ ਇੱਥੇ ਬੈਠੇ, ਇੱਥੇ ਬੈਠ ਜਾਓ, ਟੈਂਟ ਇਹਦੇ ਮੂਹਰੇ ਲਾ ਲਓ। ਮੈਂ ਤਾਂ ਇਹ ਕਹਿਣਾ ਵੀ ਉੱਥੇ ਜਾਣ ਨਾਲੋਂ ਇਹਨਾਂ ਦੇ ਇੱਥੇ ਟੈਂਟ ਲਾ ਲਓ। ਸਤਿ ਸ਼੍ਰੀ ਅਕਾਲ, ਦੈਨਿਕ ਸਵੇਰਾ ਟੀਵੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਹਾਂ ਪਮਿਲ ਭਾਟੀਆ। ਕਿਸਾਨਾਂ ਦੀ 7ਵੇਂ ਰਾਊਂਡ ਦੀ ਮੀਟਿੰਗ ਵੀ ਸਰਕਾਰ ਦੇ ਨਾਲ ਬੇਸਿੱਟਾ ਰਹੀ ਹੈ। 8ਵੇਂ ਰਾਊਂਡ ਦੀ ਮੀਟਿੰਗ ਹੁਣ 8 ਜਨਵਰੀ ਨੂੰ ਕੀਤੀ ਜਾਣੀ ਹੈ, ਪਰ ਕਿਸਾਨਾਂ ਦੀਆਂ ਮੰਗਾਂ ਮਨਵਾਉਣ ਦੇ ਲਈ ਦਿੱਲੀ ਦੇ ਜੰਤਰ ਮੰਤਰ ਤੇ ਕਾਂਗਰਸ ਦੇ ਸਾਂਸਦ 30 ਦਿਨਾਂ ਤੋਂ ਧਰਨੇ ਤੇ ਬੈਠੇ ਹੋਏ ਨੇ। ਪਰ ਹੁਣ ਸੰਸਦ ਦਾ ਸੈਸ਼ਨ ਦਾ ਅਨਾਉਂਸਮੈਂਟ ਵੀ ਹੋ ਚੁੱਕੀ ਹੈ। 29 ਜਨਵਰੀ ਤੋਂ ਬਜਟ ਸੈਸ਼ਨ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਕਿ ਪੰਜਾਬ ਦੇ ਸਾਂਸਦ ਕਿਸਾਨਾਂ ਦੀ ਆਵਾਜ਼ ਸੰਸਦ ਦੇ ਵਿੱਚ ਚੁੱਕ ਸਕਣਗੇ ਪ੍ਰਧਾਨ ਮੰਤਰੀ ਦੇ ਸਾਹਮਣੇ ਜਾਂ ਨਹੀਂ? ਇਹ ਵੱਡਾ ਸਵਾਲ ਤੇ ਵੱਡੀ ਜ਼ਿੰਮੇਵਾਰੀ ਹੁਣ ਪੰਜਾਬ ਦੇ ਸਾਂਸਦਾਂ ਤੇ ਆਈ ਹੈ। ਸਾਂਸਦ ਪੰਜਾਬ ਦੇ ਰਵਨੀਤ ਸਿੰਘ ਬਿੱਟੂ, ਜਸਬੀਰ ਸਿੰਘ ਡਿੰਪਾ ਧਰਨੇ ਤੇ ਬੈਠੇ ਹੋਏ ਨੇ। 30ਵਾਂ ਦਿਨ ਹੈਗਾ ਅੱਜ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਹੁਣ ਜਦੋਂ ਬਜਟ ਸੈਸ਼ਨ ਦੀ ਸ਼ੁਰੂਆਤ ਅਨਾਉਂਸਮੈਂਟ ਹੋ ਚੁੱਕੀ ਹੈ ਤਾਂ ਉਸ ਨੂੰ ਲੈ ਕੇ ਕਾਂਗਰਸ ਦੇ ਸਾਂਸਦ ਕੀ ਸੋਚ ਰਹੇ ਨੇ ਕਿ ਪੰਜਾਬ ਦੇ ਕਿਸਾਨਾਂ ਦੇ ਹੱਕਾਂ ਦੀ ਆਵਾਜ਼ ਸੰਸਦ ਦੇ ਵਿੱਚ ਚੁੱਕੀ ਜਾਏਗੀ, ਕਿਸ ਤਰ੍ਹਾਂ ਦੇ ਨਾਲ ਇਹ ਪਲੈਨਿੰਗ ਕਰ ਰਹੇ ਨੇ, ਇਸ ਬਾਰੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜਸਬੀਰ ਸਿੰਘ ਡਿੰਪਾ ਵੀ ਹੈਗੇ ਨੇ, ਰਵਨੀਤ ਸਿੰਘ ਬਿੱਟੂ ਵੀ ਹੈਗੇ ਨੇ। ਔਰ ਖਾਸ ਗੱਲ ਇਹ ਹੈ ਕਿ ਪੰਜਾਬ ਭਾਜਪਾ ਦੇ ਲੀਡਰ ਵੀ ਅੱਜ ਪ੍ਰਧਾਨ ਮੰਤਰੀ ਨੂੰ ਮਿਲਣ ਜਾ ਰਹੇ ਨੇ। ਦੂਸਰੇ ਪਾਸੇ ਇਹੀ ਉਹ ਸਾਂਸਦ ਨੇ ਜਿਹੜੇ ਕਹਿ ਰਹੇ ਸੀਗੇ ਕਿ ਸਾਨੂੰ ਪ੍ਰਧਾਨ ਮੰਤਰੀ ਮਿਲਣ ਦਾ ਸਮਾਂ ਨਹੀਂ ਦੇ ਰਹੇ। ਇਸ ਬਾਰੇ ਵੀ ਗੱਲਬਾਤ ਕਰਾਂਗੇ। ਬਿੱਟੂ ਜੀ, ਸਭ ਤੋਂ ਪਹਿਲਾਂ ਥੋੜੀ ਦੇਰ ਪਹਿਲਾਂ ਹੀ ਜਿਹੜਾ ਸੈਸ਼ਨ ਦੀ ਅਨਾਉਂਸਮੈਂਟ ਹੋਈ ਹੈ, ਬਜਟ ਸੈਸ਼ਨ ਸ਼ੁਰੂ ਹੋਣ ਵਾਲਾ ਪਾਰਲੀਮੈਂਟ ਦੇ ਵਿੱਚ ਹੁਣ ਕੀ ਰਣਨੀਤੀ ਰਹੇਗੀ। ਇੱਥੇ ਤੇ ਤੁਸੀਂ 30 ਦਿਨਾਂ ਤੋਂ ਬੈਠੇ ਹੋਏ ਹੋ ਔਰ ਤੁਸੀਂ ਲਗਾਤਾਰ ਕਹਿ ਰਹੇ ਹੋ ਸਰਕਾਰ ਸਾਡੀ ਗੱਲ ਸੁਣ ਨਹੀਂ ਰਹੀ, ਕਿਸਾਨਾਂ ਦੀ ਵੀ ਨਹੀਂ ਸੁਣ ਰਹੀ ਔਰ ਤੁਹਾਡੀ ਆਵਾਜ਼ ਵੀ ਕਿਤੇ ਨਹੀਂ ਜਾ ਰਹੀ। ਸੈਸ਼ਨ ਦਾ ਤਾਂ ਚਲੋ ਹੋਣਾ ਹੀ ਆ, ਹਫਤਾ ਅੱਗੇ ਜਾਂ ਪਿੱਛੇ ਸੈਸ਼ਨ, ਬਜਟ ਸੈਸ਼ਨ ਤਾਂ ਆਉਣਾ ਹੀ ਆਉਣਾ ਹੈ ਉਹਦੇ ਵਿੱਚ। ਪਰ ਉਦੋਂ ਪਹਿਲਾਂ ਹਜੇ ਬੜੀਆਂ ਵੱਡੀਆਂ ਜਿਹੜੀਆਂ ਤੁਸੀਂ ਕਹਿ ਰਹੇ ਹੋ ਵੀ ਅਜੇ ਉਹਦੇ ਵਿੱਚ 1 ਮਹੀਨੇ ਦਾ ਟਾਈਮ ਪਿਆ ਹੈ ਤਕਰੀਬਨ, ਜਾਂ ਫੈਬਰਰੀ ਦੇ ਬਿਲਕੁਲ ਆਖਰੀ ਦਿਨਾਂ 'ਚ ਜਾਂ ਜਨਵਰੀ ਦੇ ਆਖਰੀ ਦਿਨਾਂ 'ਚ ਜਾਂ ਪਹਿਲੇ ਹਫਤੇ ਫਰਵਰੀ ਦੇ ਸ਼ੁਰੂ ਹੋਏਗਾ। ਪਰ ਉਹਦੇ ਵਿੱਚ ਹਜੇ 20-25 ਦਿਨ ਪਏ ਨੇ ਤੇ ਤੁਸੀਂ ਦੇਖਿਆ ਵੀ ਰੋਜ਼ ਜਿਹੜੀਆਂ ਏ ਉਹ ਗਿਣਤੀ ਆ ਜਿਹੜੀ ਲਾਸ਼ਾਂ ਦੀ, ਜਿਹੜੀ ਸ਼ਹਾਦਤਾਂ ਦੀ, ਉਹ ਵੱਧਦੀ ਜਾ ਰਹੀ ਹੈ। ਉਹ ਕੌਣ ਮੋੜੂਗਾ? ਜਿਹੜਾ ਰੋਜ਼ ਅੱਜ 104 ਸਾਲ ਦੀ ਮਾਤਾ ਜਿਹਨੇ 47 ਵੀ ਦੇਖੀ ਆ, ਤੇ ਅੱਜ ਉਹਨਾਂ ਨੇ ਕੀ ਕਿਹਾ? ਉਹਨਾਂ ਨੇ ਬਾਬਰ ਦੀ ਸਰਕਾਰ ਉਸ ਦੇ ਨਾਲ ਕੰਪੇਅਰ ਕੀਤਾ। ਅੱਜ 104 ਸਾਲ ਦੀ ਮਾਤਾ ਨੇ, ਤੁਸੀਂ ਅੰਦਾਜ਼ਾ ਤਾਂ ਲਾਓ ਵੀ ਆਪਾਂ ਕਿੱਧਰ ਨੂੰ ਚਲੇ ਗਏ, ਕਿੱਧਰ ਨੂੰ ਆਪਣੀਆਂ ਸਰਕਾਰਾਂ ਚਲੇ ਗਈਆਂ। 26 ਜਨਵਰੀ ਆਪਾਂ ਮਨਾਉਣ ਨੂੰ ਤਿਆਰ ਆ, ਲੱਖਾਂ ਲੋਕ ਆਪਣੇ ਸੜਕਾਂ ਤੇ ਮੈਂਬਰ ਪਾਰਲੀਮੈਂਟ ਸੜਕਾਂ ਤੇ ਕਦੇ ਹੋਇਆ ਯਾਰ? ਅਸੀਂ ਤਾਂ ਇਤਿਹਾਸ ਫੋਲ ਕੇ ਦੇਖ ਲਿਆ
बड़े बड़े ਜਿਹੜੇ ਰਾਈਟਰ ਨੇ ਇਤਿਹਾਸਕਾਰ ਲਿਖਣ ਵਾਲੇ ਉਹਨਾਂ ਨੂੰ ਪੁੱਛ ਕੇ ਦੇਖ ਲਿਆ ਵੀ ਕਦੇ ਐ ਹੋਇਆ ਸੀ ਵੀ ਇੰਨੇ ਲੱਖ ਲੋਕ ਐ ਸੜਕਾਂ ਤੇ ਸਿਆਲ 'ਚ ਬੈਠੇ ਹੋਣ। ਮੈਂਬਰ ਪਾਰਲੀਮੈਂਟ ਅੱਜ ਪੂਰੇ 30 ਦਿਨ 3 ਮੈਂਬਰ ਪਾਰਲੀਮੈਂਟ, 1 MLA, ਕਾਉਂਸਲਰ, ਹੋਰ ਸੀਨੀਅਰ ਲੀਡਰ, ਮਤਲਬ 30 ਦਿਨ ਇੱਕ ਨੁਮਾਇੰਦਾ ਸਰਕਾਰ ਦਾ ਕੋਈ ਚਪੜਾਸੀ ਵੀ ਪੁੱਛਣ ਨਹੀਂ ਆਵੇ। ਇਹ ਕਦੇ ਹੋਇਆ? ਮੋਦੀ ਸਾਹਿਬ ਆਪਣੇ ਆਪ ਨੂੰ ਕਹਿੰਦੇ ਆ ਵੀ ਇਹ ਜਦੋਂ ਸਭ ਤੋਂ ਮਤਲਬ ਉਹ ਆਉਣ ਤੋਂ ਪਹਿਲਾਂ ਇਹ ਕਹਿੰਦੇ ਸੀ ਵੀ ਮੈਂ ਐਸੀ ਲੋਕਤੰਤਰ, ਐਸੀ ਡੈਮੋਕ੍ਰੇਸੀ ਲੈ ਕੇ ਆਉਂਗਾ ਜਿਹਦੇ ਵਿੱਚ ਇੱਕ ਆਮ ਗਰੀਬ ਚਾਹ ਵਾਲੇ ਦੀ ਤੱਕ ਵੀ ਸੁਣਵਾਈ ਹੋ। ਇੱਥੇ ਚਾਹ ਵਾਲੇ ਦੀ ਤਾਂ ਗੱਲ ਛੱਡੋ, ਚਾਹ ਵਾਲੇ ਜਿਹਨੂੰ ਬਣਾਉਂਦੇ ਆ MPਆਂ ਨੂੰ, ਉਹ 1 ਮਹੀਨਾ ਹੋ ਗਿਆ ਕੋਈ ਪਾਰਲੀਮੈਂਟ ਫੇਅਰ ਮਿਨਿਸਟਰ ਕੋਈ ਇਹ ਤਾਂ ਪੁੱਛਣ ਆਵੇ ਵੀ ਤੁਸੀਂ ਬੈਠੇ ਕਿਉਂ ਹੋ। ਇੱਥੇ ਤਾਂ ਇਹ ਹਾਲਾਤ ਨੇ, ਤੁਸੀਂ ਅੰਦਾਜ਼ਾ ਤਾਂ ਲਾਓ ਵੀ ਇਹ। ਪਰ ਬਿੱਟੂ ਜੀ, ਤੁਹਾਨੂੰ ਕਿਉਂ ਲੱਗਦਾ ਵੀ ਤੁਹਾਡੀ ਗੱਲ ਸੁਣਨ ਗਿਆ ਕਿ ਜਿਹੜੇ ਕਿਸਾਨਾਂ ਦੇ ਨਾਲ ਬਾਰ-ਬਾਰ ਮੀਟਿੰਗਾਂ ਹੋ ਰਹੀਆਂ, 7 ਰਾਊਂਡ ਦੀ ਮੀਟਿੰਗ ਹੋ ਚੁੱਕੀ ਹੈ, 7 ਵਾਰੀ ਕਿਸਾਨਾਂ ਦਾ ਵਫਦ ਜਾ ਕੇ ਮਿਲ ਚੁੱਕਿਆ, ਜਦੋਂ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ, ਉਹ ਕਿਸਾਨ ਸਮਝ ਨਹੀਂ ਪਾ ਰਹੇ ਕਿ ਆਖਰ ਜੇ 3 ਮਿਨਿਸਟਰ ਮੀਟਿੰਗ ਦੇ ਵਿੱਚ ਬਹਿੰਦੇ ਨੇ ਤੇ ਕਿਸੇ ਡਿਸੀਜਨ ਤੇ ਕਿਉਂ ਨਹੀਂ ਪਹੁੰਚ ਪਾਉਂਦੇ? ਪਰਮਿਸ਼ਨ ਕਿੱਥੋਂ ਲੈਣੀ ਹੈ? ਇਹ ਤਾਂ 3 ਮਿਨਿਸਟਰ ਨੇ, ਜਿੱਥੇ ਅਸੀਂ ਸਮਝਾਉਂਦੇ ਸੀ ਇਹਨਾਂ ਨੂੰ ਉੱਥੇ ਤਾਂ ਸਾਰੀ ਪਾਰਲੀਮੈਂਟ ਸੀ, 370 ਦੇ MP ਸੀ ਇਹਨਾਂ ਦੇ ਸਾਰੇ, ਜਿੰਨੇ ਵੀ 20-25 ਮਿਨਿਸਟਰ ਸੀ, ਪ੍ਰਧਾਨ ਮੰਤਰੀ ਵੀ ਉੱਥੇ ਸੀ, ਅਮਿਤ ਸ਼ਾਹ ਵੀ ਉੱਥੇ ਸੀ, ਤੇ ਸਾਰੇ ਹੀ ਸੀ ਜਿੱਥੇ ਸੇਮ ਗੱਲਾਂ ਆਹੀ ਸਮਝਾਉਂਦੇ ਸੀ ਅਸੀਂ। ਇਹਨਾਂ ਨੂੰ ਉੱਥੇ ਸਮਝ ਨਹੀਂ ਆਈਆਂ ਤੇ 3 ਮੰਤਰੀਆਂ ਨੇ ਕੀ ਕੱਢਣਾ। ਮੈਂ ਤਾਂ ਬਾਰ-ਬਾਰ ਇਹ ਕਹਿਣਾ ਵੀ ਬਿਲਕੁਲ, ਤਾਂ ਹੀ ਤਾਂ ਕਹਿੰਦੇ ਆ ਵੀ ਚਲੋ ਅਸੀਂ ਤਾਂ ਜੂਝਣਾ, ਲੜਾਈ ਲੜਨੀ, ਆਸ ਤੋਂ ਬਗੈਰ ਕੋਈ ਕੰਮ ਹੀ ਨਹੀਂ ਚੱਲਦਾ। ਪਰ ਤੁਸੀਂ ਇਹੀ ਤਾਂ ਅਸੀਂ ਗੱਲ ਬਾਰ-ਬਾਰ ਕਹਿੰਦੇ ਆ ਵੀ ਇਹ ਬੰਦੇ ਉਸ ਪਾਰਲੀਮੈਂਟ 'ਚ ਜਿੱਥੇ ਸਾਰੇ ਕਾਨੂੰਨ ਬਣਦੇ ਆ, ਇਹ ਤਾਂ ਉੱਥੇ ਨਹੀਂ ਸਮਝੇ। ਉਦੋਂ ਅਸੀਂ ਇਹਨਾਂ ਨੂੰ ਇਹੀ ਕਿਹਾ ਸੀ ਅਪਰ ਹਾਊਸ 'ਚ ਵੀ, ਉੱਥੇ ਚਲੋ ਲੋਅਰ ਹਾਊਸ ਦੀ ਤਾਂ ਗੱਲ ਹੀ ਛੱਡ ਦਿਓ, ਜਿੱਥੇ ਅਪਰ ਹਾਊਸ ਆ, ਜਿੱਥੇ ਪੂਰਾ ਮੁਕਾਬਲਾ ਏ, ਉੱਥੇ ਕਿਸ ਤਰੀਕੇ ਨਾਲ ਇਹਨਾਂ ਨੇ ਅੰਦਰ ਧੱਕੇਸ਼ਾਹੀ ਨਾਲ ਵੋਟ ਤੋਂ ਬਗੈਰ ਕਾਨੂੰਨ ਪਾਸ ਕਰਤਾ। ਮਾਰਸ਼ਲ ਲਾ ਕੇ ਉੱਥੇ 1 MP ਤੇ 3 ਮਾਰਸ਼ਲ ਲੱਗੇ ਸੀ, ਕਦੇ ਹੋਇਆ ਨਹੀਂ ਇਤਿਹਾਸ 'ਚ। ਤੇ ਖਾਸ ਤੌਰ ਤੇ ਅਪਰ ਹਾਊਸ ਦੇ ਵਿੱਚ ਇਹ ਕਿਹਾ ਜਾਂਦਾ, ਜਾਂ ਹੁੰਦੇ ਵੀ ਆਮ ਤੌਰ ਤੇ ਐਕਸਪੀਰੀਅੰਸ ਬਜ਼ੁਰਗ ਲੋਕ ਹੁੰਦੇ ਆ ਜਿਹੜੇ ਨੋਮੀਨੇਟ, ਉਹ ਬਜ਼ੁਰਗਾਂ ਤੇ 3 ਮਾਰਸ਼ਲ ਲੱਗੇ ਹੋਏ ਸੀ ਉਹਨਾਂ ਨੂੰ ਫੜਨ, ਰੋਕਣ, ਤੇ ਉਸ ਤਰੀਕੇ ਨਾਲ ਕਾਨੂੰਨ ਪਾਸ ਹੋਇਆ ਹੈ। ਇਹ ਤੁਸੀਂ ਦੱਸ ਦਿਓ, ਤੁਹਾਡੀਆਂ ਸਾਰੇ ਹੀ ਚੈਨਲਾਂ ਨੇ ਵੀ ਕਵਰ ਕੀਤਾ, ਤੁਹਾਡੇ ਖਬਰਾਂ ਨੇ ਵੀ ਕਵਰ ਕੀਤਾ, ਤੇ ਪਹਿਲੀ ਵਾਰ ਹੋਇਆ ਵੀ ਸਾਰੇ MP, ਸਾਰੇ ਪਾਰਟੀਆਂ ਦੇ ਗਾਂਧੀ ਸਟੈਚੂ ਦੇ ਥੱਲੇ ਜਿਨ੍ਹਾਂ ਨੇ ਉਦੋਂ ਰਾਤ ਕੱਟੀ, ਤੇ 30 ਦਿਨ ਹੁਣ ਸਾਨੂੰ ਪਿਆ ਨੂੰ ਹੋ ਗਏ। ਇਹ ਕਿਸਾਨ ਜਥੇਬੰਦੀਆਂ ਨੂੰ ਤਾਂ ਮੈਂ ਸਮਝਦਾ ਨਾ, ਰੋਜ਼ ਇਹ ਤਾਂ ਨਵੇਂ ਤਰੋ ਤਾਜ਼ਾ ਹੋ ਕੇ ਆਉਂਦੇ ਆ, ਇਹਨਾਂ ਨੂੰ ਕੀ ਫਿਕਰ ਆ? ਕਿਸਾਨ ਵਿਚਾਰੇ ਲੀਡਰ ਨੇ ਜਿਹੜੇ ਉਹ ਟੈਂਟਾਂ 'ਚ ਉੱਠ ਕੇ ਕੋਈ ਡੈਥ ਦੇਖਦੇ ਆ ਰੋਜ਼, ਕੋਈ ਲੰਗਰ ਦਾ ਪ੍ਰਬੰਧ ਕਿਸੇ ਦਾ ਕਰਨਾ, ਕਿਸੇ ਦਾ ਕੋਈ ਰੋਟੀ ਦਾ ਕਰਨਾ, ਕੋਈ ਬਿਮਾਰ ਹੋ ਗਿਆ ਉਹਦਾ ਕਰਨਾ, ਉਹ ਵਿਚਾਰੇ ਉੱਥੋਂ ਨਿਕਲ ਕੇ ਆਉਂਦੇ ਆ। ਇਹ ਤਰ੍ਹਾਂ ਤਾਜ਼ੇ ਕੋਠੀਆਂ 'ਚੋਂ, ਮਹਿਲਾਂ 'ਚੋਂ ਨਿਕਲ ਕੇ ਆ ਕੇ ਉਹਨਾਂ ਨੂੰ ਦਿਨ, ਤੁਸੀਂ ਪ੍ਰੈਸ ਕਾਨਫਰੰਸ ਦੇਖਿਆ ਕਰੋ, ਜਦੋਂ ਆਖਰੀ ਤੋਮਰ ਸਾਹਿਬ ਪ੍ਰੈਸ ਕਾਨਫਰੰਸ ਕਰਦੇ ਆ ਜਦੋਂ ਮੀਟਿੰਗ ਤੋਂ ਬਾਅਦ, ਤੁਸੀਂ ਉਹਨਾਂ ਦੇ ਚਿਹਰੇ ਤੇ ਖੁਸ਼ੀ ਦੇਖਿਆ ਕਰੋ, ਤੇ ਸਵਾਲ ਦੇਖੋ ਕਿਵੇਂ ਉਹ ਹਰੇਕ ਨੂੰ ਕਹਿੰਦੇ ਤੂੰ ਵੀ ਪੁੱਛ, ਤੂੰ ਵੀ ਪੁੱਛ। ਉਹ ਤੇ ਫਿਰ ਉਹਨਾਂ ਦੇ ਕੁਝ ਆਪਦੇ ਜਰਨਲਿਸਟ ਹੁੰਦੇ ਨਾ, ਜੋ ਆਪਣੀ ਮਰਜ਼ੀ ਮੁਤਾਬਿਕ ਸਵਾਲ ਪੁੱਛਾ ਲੈਂਦੇ, ਇਸ ਲਈ ਤੇ ਕਹਿ ਦਿੱਤਾ ਜਾਂਦਾ ਵੀ ਤੂੰ ਵੀ ਪੁੱਛ ਲੈ। ਹਾਂ, ਨਹੀਂ ਉਹ ਤਾਂ ਪੂਰਾ ਵੀ ਕਾਊਂਟਰ ਸਵਾਲ ਆਉਣੇ ਨਹੀਂ, ਉਹ ਪੰਜਾਬ ਦਾ ਮੀਡੀਆ ਜੇ ਹੋਵੇ ਤਾਂ ਫਿਰ ਲੱਗ ਪਸੀਨਾ ਨਾ ਆ ਜੇ। ਇੱਕ ਹੋਰ ਚੀਜ਼, ਡਿੰਪਾ ਜੀ, ਤੁਸੀਂ ਗੱਲ ਕਰ ਰਹੇ ਸੀਗੇ ਕਿ ਸਮਾਂ ਲੈਣਾ ਪ੍ਰਧਾਨ ਮੰਤਰੀ ਦੇ ਕੋਲ ਮਿਲਣ ਦਾ, ਤੁਸੀਂ ਅਪਲਾਈ ਕਰ ਰਹੇ ਸੀਗੇ, BJP ਦੇ ਲੀਡਰਾਂ ਨੂੰ ਸਮਾਂ ਮਿਲ ਗਿਆ, ਪੰਜਾਬ BJP ਦੇ ਲੀਡਰਾਂ ਨੂੰ। ਤੁਸੀਂ ਉਹ ਕਹਿ ਰਹੇ ਵੀ ਜਿਹੜਾ ਮਿਲਣਾ ਚਾਹੁੰਦਾ ਪ੍ਰਧਾਨ ਮੰਤਰੀ ਨੂੰ ਉਹ ਤੇ ਮਿਲ ਲੈਂਦਾ ਆਰਾਮ ਦੇ ਨਾਲ, ਤੁਸੀਂ ਪੋਲਿਟਿਕਸ ਕਰ ਰਹੇ ਹੋ, ਤੁਸੀਂ ਸਿਰਫ ਮਿਲਣ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਧਰਨੇ ਤੇ ਬੈਠ ਗਏ। ਅਸੀਂ ਤੇ ਆਹ ਵੇਖੋ, ਮੈਂ ਇਸੇ ਕਰਕੇ ਤੁਹਾਡੇ ਸਾਹਮਣੇ ਹੀ ਰੱਖਿਆ, 20 ਤਰੀਕ ਤੋਂ ਅਸੀਂ ਅੱਜ ਤੀਜੀ ਮੇਲ ਅੱਜ ਪਾਈ ਆ। ਸਾਨੂੰ ਪਹਿਲੀ ਮੇਲ ਦਾ ਇੱਕ ਜਵਾਬ ਆਇਆ ਵੀ PM ਸਾਹਿਬ ਚਾਹੁੰਦੇ ਆ ਵੀ ਤੁਸੀਂ ਉਹਨੂੰ ਮਿਲ ਲਓ ਮੰਤਰੀ ਨੂੰ। ਅਸੀਂ ਨਾ ਜੀ, ਕੋਈ ਨਾਂ ਨਹੀਂ ਲਿਖਿਆ, ਸਿਰਫ ਲਿਖਿਆ ਮਿਨਿਸਟਰ ਨੂੰ ਮਿਲ। ਅਸੀਂ ਫਿਰ ਮੇਲ ਪਾਈ, ਜਨਾਬ ਦੱਸੋ ਕਿਹੜੇ ਮੰਤਰੀ ਸਾਹਿਬ ਨੂੰ ਮਿਲੀਏ, ਉਹਦਾ ਕੋਈ ਜਵਾਬ ਨਹੀਂ। ਅੱਜ ਫਿਰ ਮੇਲ ਪਾਈ ਆ ਅਸੀਂ, ਤੇ ਫੋਨ ਵੀ ਕਰਕੇ ਉਹਨਾਂ ਦੇ ਜਿਹੜਾ ਅਪਾਇੰਟਮੈਂਟ ਸੈਕਸ਼ਨ ਆ, ਥੱਕ ਗਏ ਆ ਅਸੀਂ, ਇੰਨੇ ਕੁ ਉਹਨਾਂ ਨੂੰ ਕਾਲ ਕੀਤੀਆਂ। ਇਹ ਆ ਨਿਰਦਈ ਸਰਕਾਰ, ਇਹ ਹੈਗੀ ਆ ਜ਼ਾਲਮ ਸਰਕਾਰ। ਮੈਂ ਜੇ ਸਹੀ ਅੱਖਰ ਇਸ ਸਰਕਾਰ ਦੀ ਇਹ ਆ। ਸਾਡਾ ਅਸੀਂ 30 ਦਿਨ ਨੂੰ ਪਏ ਆ ਇੱਥੇ, ਭਾਵੇਂ ਮੀਂਹ ਪੈਂਦਾ, ਠੰਡ ਆ, ਕੋਈ ਗੱਲ ਨਹੀਂ, ਸਾਡੀ ਤੇ ਕੀ ਪਰਵਾਹ ਕਰਦੀਆਂ, ਛੱਡੋ, ਅਸੀਂ ਤੁਹਾਡੇ ਕੋਲ ਪਰਵਾਹ ਕਰਵਾਉਂਦੇ ਵੀ ਨਹੀਂ। ਓਏ ਉਹਨਾਂ ਬਜ਼ੁਰਗਾਂ ਦੀ, ਉਹਨਾਂ ਬੱਚਿਆਂ ਦੀ, ਉਹਨਾਂ ਦੀ ਮਾਵਾਂ ਦੀ ਤੇ ਕਰੋ।
ਜਿੱਥੇ 60 ਜਾਣੇ ਆਪਣੀ ਜਾਨ ਗਵਾ ਬੈਠੇ ਆ, ਸ਼ਹਾਦਤ ਲੈ ਉਹਨਾਂ ਦੀ ਹੋ ਗਈ ਆ, ਇਹਨਾਂ ਨੂੰ ਉਹਨਾਂ ਦਾ ਦੁੱਖ ਨਹੀਂ। ਤੁਸੀਂ ਇਹ ਵੇਖੋ, ਮਹਾਂਮਾਰੀ ਸਾਰਿਆਂ ਨੂੰ ਪਤਾ, ਮਹਾਂਮਾਰੀ ਦਾ ਟਾਈਮ ਚੱਲ ਰਿਹਾ। ਇਹ ਸਰਕਾਰ ਜਿੰਨੇ ਪ੍ਰੋਟੈਸਟ ਕਰ ਰਹੇ ਉਹ ਟੈਕਸ ਦਿੰਦੇ ਆ ਨਾ, ਹਰ ਨਾ ਹੀ ਉੱਥੇ ਟਾਇਲਟ ਦਾ ਕੋਈ ਇਹਨਾਂ ਨੇ ਸਹੂਲਤ ਕੀਤੀ, ਨਾ ਉੱਥੇ ਪਾਣੀ ਦੀ ਸਹੂਲਤ ਦਿੱਤੀ, ਨਾ ਕੋਈ ਦਵਾਈ ਦਾਰੂ ਦੀ ਸਹੂਲਤ ਦਿੱਤੀ, ਨਾ ਕੋਈ ਸਫਾਈ ਦੀ ਸਹੂਲਤ ਦਿੱਤੀ। ਇਹ ਸਰਕਾਰ ਟੈਕਸ ਕਰਾਉਣ ਗਈ ਆ। ਇਹ ਬੇਸਿਕਲੀ ਜਿਹੜੇ ਕਿਸਾਨ ਆ ਉਹਨਾਂ ਦੇ ਹਿਊਮਨ ਰਾਈਟਸ ਵਾਇਲੇਸ਼ਨ ਕਰ ਰਹੀ ਹੈ ਇਹ ਸਰਕਾਰ। ਹਿਊਮਨ ਰਾਈਟਸ ਵਾਇਲੇਸ਼ਨ ਕਰ ਰਹੀ ਹੈ। ਤੁਹਾਡੀਆਂ ਜਿਹੜੀਆਂ ਮੇਲਾਂ ਹੈਗੀਆਂ ਉਹਦਾ ਜਵਾਬ ਇੱਕ ਮੇਲ ਦਾ ਹੀ ਆਇਆ, ਸਿਰਫ ਵੀ ਮੰਤਰੀ ਨਾਲ ਮਿਲ ਲਓ? ਇੱਕ ਮੇਲ ਦਾ ਹੀ ਆ, ਇੱਕ ਮੇਲ ਦਾ ਹੀ ਆਇਆ। ਮੈਂ ਸਮਝਦਾ ਵਾਂ ਕਿ ਇਹਨਾਂ ਨੂੰ ਸਿਰਫ ਤੇ ਡਾਨੀ ਤੇ ਬਾਨੀ ਗੋਡੀ ਚ ਚਾਹੀਦੇ ਆ, ਹੋਰ ਇਹਨਾਂ ਨੂੰ ਕੋਈ ਨਹੀਂ ਚਾਹੀਦਾ, ਕਿਉਂਕਿ ਉਹ ਇਹਨਾਂ ਨੂੰ ਚੂਰੀ ਕੁੱਟ ਦਿੰਦੇ। ਪਰ ਇਹ ਸਰਕਾਰ ਭੁੱਲ ਗਈ ਕਿ ਜਿਹੜੀ ਅਡਾਨੀ ਤੇ ਬਾਨੀ ਦੀ ਤੁਸੀਂ ਚੂਰੀ ਖਾਂਦੇ ਹੋ, ਉਹਦਾ ਜਿਹੜਾ ਕਣਕ ਆ ਉਹ ਕਿਸਾਨ ਹੀ ਗਾਉਂਦਾ। ਉਹਦੇ ਵਿੱਚ ਜਿਹੜੀ ਚੀਨੀ ਪੈਂਦੀ ਆ ਉਹ ਵੀ ਕਿਸਾਨ ਦੇ ਗੰਨੇ ਤੋਂ ਬਣਦੀ ਆ, ਉਹ 'ਚ ਜਿਹੜਾ ਘਿਓ ਪੈਂਦਾ ਉਹ ਵੀ ਡੇਅਰੀ ਫਾਰਮਰ ਬਣਾਉਂਦਾ। ਇਹਨਾਂ ਨੇ ਇੱਕ ਬੜੀ ਨਾ, ਮੈਂ ਹੈਰਾਨੀ ਵਾਲੀ ਇਸ ਸਰਕਾਰ ਦੀ ਤੁਹਾਨੂੰ ਗੱਲ ਦੱਸਣੀ ਚਾਹੁੰਦਾ ਕਿ ਇਹਨਾਂ ਦਾ ਤਰੀਕਾ ਵਾ, ਜਿਹੜੀਆਂ 7 ਮੀਟਿੰਗਾਂ ਹੋਈਆਂ ਕੋਈ ਸਿੱਟਾ ਨਹੀਂ ਹੈ, ਇਹ ਜਾਣ ਬੁੱਝ ਕੇ ਇਹਨੂੰ ਲੰਬਾ ਪਾ ਰਹੇ ਆ। ਇਹਨਾਂ ਦਾ ਇਹ ਕੰਮ ਕਰਨ ਦਾ ਤਰੀਕਾ ਲੰਬਾ ਪਾ ਰਹੇ ਆ, ਠਕਾਣਾ ਚਾਹ ਰਹੇ ਕਿਸਾਨਾਂ ਨੂੰ। ਹਾਂ ਵੀ ਇਹ ਕਿਸਾਨ ਥੱਕ ਜਾਣ, ਕਮਜ਼ੋਰ ਪੈ ਜਾਣ, ਉਹਨਾਂ ਦਾ ਹੌਸਲਾ ਟੁੱਟ ਜੇ। ਪਰ ਜਿਹੜਾ ਕਿਸਾਨ ਆ ਜਿਹਦਾ ਪੁੱਤ ਸਰਹੱਦ ਤੇ ਵੀ ਲੜਦਾ ਵਾ, ਉਹ ਕਿਸਾਨ ਜਿਹੜਾ ਬੈਲ ਚਲਾ ਕੇ ਆਪਣੇ ਖੇਤ ਵਾਹੁੰਦਾ ਵਾ, ਉਹ ਥੱਕਣਾ ਵਾਲਾ ਨਹੀਂਗਾ। ਜਿਹੜਾ ਰਾਤ ਨੂੰ ਪਾਣੀ ਦੇ ਨੱਕੇ ਮੋੜਦਾ ਉਹਨੇ ਥੱਕਣਾ ਨਹੀਂਗਾ। ਇਹ ਅੰਦੋਲਨ ਹੋਰ ਪ੍ਰਚੰਡ ਹੋਣਾ, ਇਹਦੇ ਜਿੰਨੇ ਮਾੜੇ ਨਤੀਜੇ ਨਿਕਲਣਗੇ ਇਹਦੀ ਬੀਜੇਪੀ ਸਰਕਾਰ ਕੇਂਦਰ ਦੀ ਜ਼ਿੰਮੇਵਾਰ ਹੋਏਗੀ। ਬਿੱਟੂ ਜੀ, ਤੁਸੀਂ ਇੱਕ ਹੋਰ ਬੜੀ ਸਟੇਟਮੈਂਟ ਦਿੱਤੀ ਸੀਗੀ, ਵੱਖਰੇ ਕਿਸਮ ਦੀ, ਬੜੀ ਅਜੀਬ ਲੱਗੀ ਸਾਨੂੰ ਦੇਖ ਕੇ। ਉਹਨੂੰ ਥੋੜਾ ਕਲੈਰੀਫਾਈ ਕਰੋ, ਤੁਹਾਡਾ ਮਤਲਬ ਕੀ ਸੀਗਾ? ਤੁਸੀਂ ਆਪਦੇ ਫੇਸਬੁੱਕ ਪੇਜ ਤੇ ਲਾਈਵ ਹੋ ਕੇ ਕਹਿ ਰਹੇ ਸੀਗੇ ਕਿ ਕਿਸਾਨ ਮਿਲਣ ਜਾਂਦੇ ਆ ਤੇ ਮੰਤਰੀਆਂ ਨੂੰ ਕੁੰਡਾ ਲਾ ਕੇ ਅੰਦਰ ਡੱਕ ਲੈਣ। ਇਹਦਾ ਮਤਲਬ ਕੀ ਹੈਗਾ? ਕਿਸਾਨ ਕੀ ਮੰਤਰੀਆਂ ਨੂੰ ਅਗਵਾ ਕਰ ਲੈਣ, ਹੋਸਟੇਜ ਬਣਾ ਲੈਣ? ਕੀ ਮਤਲਬ ਇਹਦਾ? ਨਹੀਂ ਦੇਖੋ, ਗੱਲ ਇਹ ਆ, ਔਰ ਤੁਸੀਂ ਪਹਿਲੇ ਗੱਲ ਕਲੀਅਰ ਕਰੋ ਵੀ ਤੁਸੀਂ ਕਿਹਾ ਕੀ ਸੀਗਾ। ਅਸੀਂ ਤਾਂ ਵਾਇਲੈਂਟ ਤਾਂ ਕਦੇ ਹੋਣਾ ਨਾ ਕਦੇ ਹੋਏ ਆ, ਅਸੀਂ ਤਾਂ ਆਪ ਜਾਨਾਂ ਦੇਣ ਵਾਲੇ ਆ। ਗੱਲ ਇਹ ਆ ਬਈ ਰੋਜ਼ ਉਹ ਸੋਚਦੇ ਆ ਵੀ ਅਸੀਂ ਬਹੁਤ ਇੱਕ ਦਿਨ ਕੱਢ ਕੇ 10 ਦਿਨ ਹੋਰ ਪਾਤੇ ਮੀਟਿੰਗ ਤੇ ਮੈਂ ਤਾਂ ਇੱਕ ਕਿਸਾਨ, ਕਿਉਂਕਿ ਬੜੇ ਲੀਡਰ ਵੱਡੇ ਨੇ, ਅਸੀਂ ਤਾਂ ਉਹਨਾਂ ਦੇ ਬੱਚੇ ਹੋਣ ਨਾਤੇ ਹੀ ਆ ਵੀ ਹੁਣ ਇਹ ਕਿੰਨੀ ਕੁ ਵਾਰ ਇਹ ਰੋਜ਼ ਉਹਨਾਂ ਨੂੰ ਕਹੋ ਵੀ ਇੱਕ ਵਾਰ ਬੈਠੇ ਆ, ਇੱਥੇ ਬੈਠੇ ਆ ਭਾਈ, ਮੁਕਾ ਕੇ ਭੇਜੋ ਮੀਟਿੰਗ। ਦੇਖੋ ਗੱਲ ਤਾਂ ਇਹ ਆ ਨਾ ਤਾਂ ਆਪਣੇ ਕੋਲ ਹੋਰ ਕੋਈ ਗੱਲ, ਆਪਣੇ ਕੋਲ ਇਹੀ ਹੈ ਨਾ ਵੀ ਕਾਨੂੰਨ ਵਾਪਸ। ਹੋਰ ਆਪਾਂ ਉਹਨਾਂ ਨੂੰ ਕਿਹੜੀ ਗੱਲ ਸਮਝਾਉਣੀ ਹੈ ਇਹੋ ਜਿਹੀ ਜਿਹੜੀ ਫੇਰ ਆਪਾਂ 10 ਦਿਨਾਂ ਬਾਅਦ ਆ ਕੇ ਸਮਝਾਉਣੀ ਆ? ਗੱਲ ਤਾਂ ਇੱਕੋ ਹੀ ਹੈ, ਕਾਨੂੰਨ ਵਾਪਸ। ਤੇ ਉਹਨਾਂ ਨੇ ਇਹੋ ਜਿਹੀ ਕਿਹੜੀ ਗੱਲ ਆ ਜਿਹੜੀ ਨਵੀਂ ਉਹਨਾਂ ਨੇ ਸਮਝਣੀ ਆ? ਗੱਲ ਤਾਂ ਇਹ ਆ ਨਾ, ਜਿੱਦਣ ਦਾ ਆਰਡੀਨੈਂਸ ਆਏ 8 ਮਹੀਨੇ ਇੱਕੋ ਹੀ ਗੱਲ ਆ ਵੀ ਕਾਨੂੰਨ ਵਾਪਸ। ਉਹ ਕਹਿੰਦੇ ਨਹੀਂ, ਤੇ ਹੋਰ ਤਾਂ ਗੱਲ ਹੀ ਕੋਈ ਨਹੀਂ ਤੀਜੀ। ਤੇ ਫਿਰ ਮੀਟਿੰਗ ਤੇ ਮੀਟਿੰਗ ਕਾਹਦੇ ਲਈ? ਫਿਰ ਬਰਵਨੀਤ ਬਿੱਟੂ ਇਹਦਾ ਸੋਲੂਸ਼ਨ ਕੀ ਸਮਝਦੇ ਨੇ? ਕਿਉਂਕਿ 8 ਤਰੀਕ ਤੇ ਅਗਲੀ ਮੀਟਿੰਗ ਹੈ ਵੀ ਬੈਠੇ 8 ਤਰੀਕ ਨੂੰ ਭਾਈ, ਤੁਸੀਂ ਆ ਜਾਓ, ਤੁਸੀਂ ਮੋਦੀ ਸਾਹਿਬ ਨੂੰ ਪੁੱਛਿਆਓ, ਤੁਸੀਂ ਜਿਹਨੂੰ ਵੀ ਪੁੱਛਣਾ ਹੈ, ਅਮਿਤ ਸ਼ਾਹ ਜੀ ਨੂੰ ਪੁੱਛਿਆਓ, ਅਸੀਂ ਬੈਠੇ ਆ। 24 ਘੰਟੇ ਬਾਅਦ ਆ ਜਾਓ, 2 ਦਿਨਾਂ ਬਾਅਦ ਆ ਜਾਓ, 26 ਜਨਵਰੀ ਨੂੰ ਆ ਜਿਓ, ਬੈਠੇ ਆ ਤੁਹਾਡੇ ਕੋਲ। ਕਿਉਂਕਿ ਪਤਾ ਕੀ ਬੈਠੇ, ਮਤਲਬ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਕਿਸਾਨ ਵਿਗਿਆਨ ਭਵਨ 'ਚ ਬਹਿ ਜਾਣ, ਇਹ ਗੱਲ ਕਹਿਣਾ ਚਾਹੁੰਦੇ ਹੋ? ਤੁਸੀਂ ਕਲੀਅਰ ਕਰ ਦਿਓ ਗੱਲ ਨੂੰ ਜਰਾ। ਨਹੀਂ ਦੇਖੋ ਨਾ, ਬੜੀ ਆਸ ਹੁੰਦੀ ਆ, ਲੱਖਾਂ ਲੋਕ ਪਿੱਛੇ ਬੈਠੇ ਆ, ਰੋਜ਼ ਇਹ ਖਬਰ ਦੁਨੀਆ ਤੇ ਚੱਲ ਜਾਂਦੀ ਆ ਵੀ ਅੱਜ ਗਏ, ਅੱਜ ਕੁਛ ਹੱਲ ਹੋ ਕੇ ਆਊ। ਇਹ ਬਰੰਗ ਚਿੱਠੀਆਂ ਵਾਂਗੂ ਮੋੜ ਦਿੰਦੇ ਆ। ਆਪਾਂ ਖਾਲੀ ਜਾਣਾ ਕਿਉਂ ਆ ਜੀ? ਬਈ ਭਾਈ ਲੈ ਕੇ ਜਾਣਾ, ਦੱਸੋ ਕੀ ਆ? ਨਹੀਂ ਫਿਰ ਕਿਸਾਨਾਂ ਨੂੰ ਕਹਿ ਦਿੰਨੇ ਆ ਤੁਸੀਂ ਇੱਧਰ ਨੂੰ ਆ ਜਾਓ। ਇਹ ਫੈਸਲਾ ਤਾਂ ਕਿਸਾਨ ਲੀਡਰਾਂ ਨੇ ਕਰਨਾ, ਅਸੀਂ ਨਹੀਂ। ਅਸੀਂ ਤਾਂ ਉਹਨਾਂ ਦੇ ਹੁਕਮ ਦੇ ਬੰਨੇ ਆ ਉਹ। ਪਰ ਇਹ ਕਿੰਨਾ ਚਿਰ ਆਪਾਂ, ਕਿੰਨੇ ਹੋਰ ਜਿਹੜੇ ਲੋਕ ਨੇ, ਕਿੰਨੀਆਂ ਹੋਰ ਮੌਤਾਂ ਕਰਾ ਲਾਂਗੇ, ਕਿੰਨੇ ਕੁ ਰੋਜ਼। 104 ਸਾਲ ਦੀ ਮੈਂ ਜਿਵੇਂ ਤੁਹਾਨੂੰ ਦੱਸਿਆ ਮਾਤਾ। ਨਹੀਂ ਬਿੱਟੂ ਜੀ, ਥੋੜੀ ਗੱਲ ਕਲੀਅਰ ਕਰ ਦਿਓ। ਤੁਸੀਂ ਕਲੀਅਰ ਕਰ ਦਿਓ ਵੀ ਤੁਸੀਂ ਕਹਿ ਰਹੇ ਹੋ ਵੀ ਕਿਸਾਨ ਜਥੇਬੰਦੀਆਂ ਦੇ ਲੀਡਰ ਜਿਹੜੇ ਅਗਲੀ ਮੀਟਿੰਗ ਦੇ 8 ਤਰੀਕ ਨੂੰ ਮੀਟਿੰਗ ਤੇ ਜਾਣਗੇ, ਉਹ ਅੰਦਰ ਜਾ ਕੇ ਬੈਠ ਜਾਣ, ਵੀ ਅਸੀਂ ਉਦੋਂ ਉੱਠਾਂਗੇ ਜਦੋਂ ਕਾਨੂੰਨ ਰੱਦ ਹੋਣਗੇ। ਇਹ ਕਹਿ ਰਹੇ ਹੋ ਤੁਸੀਂ? ਨਹੀਂ, ਬਾਰ-ਬਾਰ ਨਾਲ ਫਿਰ ਆਉਣ ਨਾਲੋਂ ਤਾਂ ਇੱਕ ਵਾਰ ਚੀਫ ਗੱਲ ਦਾ ਫਾਹਾ ਵੱਢੀਏ। ਰੋਜ਼ ਆਉਨੇ ਆ, ਰੋਜ਼ ਜਾਂਦੇ ਆ, ਉਹਨੇ ਚਿਰ 'ਚ 10 ਬੰਦੇ ਮਰ ਜਾਂਦੇ, ਸ਼ਹੀਦ ਹੋ ਜਾਂਦੇ ਆ। ਤੇ ਇਸ ਕਰਕੇ ਵੀ ਜਿਵੇਂ ਇੱਥੇ ਬੈਠੇ, ਇੱਥੇ ਬੈਠ ਜਾਓ, ਟੈਂਟ ਇਹਦੇ ਮੂਹਰੇ ਲਾ ਲਓ,
ਮੈਂ ਤਾਂ ਇਹ ਕਹਿਣਾ ਵੀ ਉੱਥੇ ਜਾਣ ਨਾਲੋਂ ਇਹਨਾਂ ਦੇ ਇੱਥੇ ਟੈਂਟ ਲਾ ਲਓ। ਕਾਹਨੂੰ ਜਾਣਾ ਇੰਨੀ ਦੂਰ? ਰੋਜ਼ ਆਉਂਦੇ ਆ ਬੈਠੇ ਆ ਵਿਗਿਆਨ ਭਵਨ 'ਚ ਤੁਹਾਡੇ, ਸਮਝੇ ਨਹੀਂ ਗੱਲ ਵੀ ਆਹ ਬੈਠੇ ਆ ਤੇ ਭਾਈ ਜਦੋਂ ਤੁਹਾਡੇ ਕੋਲ ਹੱਲ ਹੋਊਗਾ ਆ ਜਾਓ, ਇੱਥੇ ਬੈਠੇ ਆ ਅਸੀਂ ਤਾਂ ਜਾਂਦੇ ਨਹੀਂ। ਤੇ ਉੱਥੇ ਆਲੇ ਦੁਆਲੇ ਸਾਰਾ ਮੀਡੀਆ ਕਹੂਗਾ ਵੀ ਅਸੀਂ ਨਿਕਲਣਾ ਨਹੀਂ ਆ ਦਰਵਾਜ਼ੇ 'ਚੋਂ, ਭਾਈ ਹੱਲ ਕਰਕੇ ਜਾਓ। ਮੈਂ ਕਹਿਣ ਵਾਲੇ ਨਹੀਂ ਗੱਲ, ਤਾਂ ਅਸੀਂ ਤਾਂ ਕੋਈ ਵੀ ਕਹਿ ਰਹੇ ਨੇ, ਮੰਨਣਾ ਤਾਂ ਉਹਨਾਂ ਦੀ ਗੱਲ ਆ, ਫੈਸਲਾ ਤਾਂ ਜਥੇਬੰਦੀਆਂ ਨੇ ਖੁਦ ਲੈਣਾ, ਉਹਨਾਂ ਦੇ ਉਹ ਆਪ ਮਾਲਕ ਨੇ, ਅਸੀਂ ਵੀ ਉਹਨਾਂ ਦੇ ਚੱਲੇ ਇਸ਼ਾਰੇ ਤੇ ਚੱਲਣਾ। ਪਰ ਗੱਲ ਇਹ ਆ ਵੀ ਰੋਜ਼ ਫਿਰ ਆਸ ਬੰਨ ਕੇ ਤੋਰਨਾ, ਬੜੀ ਆਸ ਟੁੱਟਦੀ ਆ। ਤੇ ਇਸ ਕਰਕੇ ਜਦੋਂ ਜਿਹੜੀ ਉੱਥੇ ਕਰਨੀ ਆ ਜਾ ਕੇ, ਇੱਥੇ ਵੀ ਬਹੁਤ ਵੱਡੇ ਦਫ਼ਤਰ ਨੇ ਵੀ ਆਹ ਤੁਹਾਡੇ ਦਫ਼ਤਰ 'ਚ ਬੈਠੇ ਆ, ਨਾਲ ਰਜਾਈਆਂ ਗਦੈਲੇ ਨਾਲ ਲੈ ਆਓ, ਜੇ ਆ ਕੇ ਉਰੇ ਭਾਈ ਵੀ ਤੁਸੀਂ ਤਿਆਰੀ ਜਿਹੜੀ ਕਰਨੀ ਕਰਕੇ ਆ ਜਾਇਆ ਕਰੋ। ਸਾਡੀ ਤਾਂ ਤਿਆਰੀ, ਅਸੀਂ ਤਾਂ ਤਿੰਨੋਂ ਹੀ ਕਾਨੂੰਨ ਵਾਪਸ ਲੈਣੇ, ਸਾਨੂੰ ਤਾਂ ਕੋਈ ਤਿਆਰੀ ਦੀ ਲੋੜ ਨਹੀਂ। ਤੇ ਬਜ਼ੁਰਗ ਬਥੇਰੇ ਤਕੜੇ ਨੇ। ਅੱਜ ਜਿਹੜੇ ਬੀਜੇਪੀ ਦੇ ਲੀਡਰ ਮਿਲ ਰਹੇ ਨੇ, ਪੰਜਾਬ ਬੀਜੇਪੀ ਦੇ, ਹੁਣ ਤੱਕ ਇਹ ਕਿਹਾ ਜਾ ਰਿਹਾ ਸੀ ਸਾਰੇ ਸਿਨੈਰੀਓ ਦੇ ਵਿੱਚ ਪੰਜਾਬ ਬੀਜੇਪੀ ਦੇ ਲੀਡਰ ਪੂਰੀ ਤਰ੍ਹਾਂ ਕਾਰਨਰ ਕੀਤੇ ਹੋਏ ਨੇ। ਜੋ ਡੀਲ ਕਰ ਲਈ ਹੈ ਸੈਂਟਰਲ ਲੀਡਰਸ਼ਿਪ ਕਰ ਰਹੀ ਹੈ, ਪੰਜਾਬ ਬੀਜੇਪੀ ਦੇ ਲੀਡਰਾਂ ਨੂੰ ਮੀਟਿੰਗ 'ਚ ਵੀ ਵੜਨ ਨਹੀਂ ਦਿੱਤਾ ਜਾ ਰਿਹਾ ਸੀਗਾ। ਅੱਜ ਜੇ ਮੀਟਿੰਗ ਕਰਨ ਗਏ ਆ, ਪ੍ਰਧਾਨ ਮੰਤਰੀ ਦੇ ਨਾਲ ਡਾਇਰੈਕਟ ਮਿਲ ਰਿਹਾ, ਤੁਹਾਨੂੰ ਲੱਗਦਾ ਕੋਈ ਸੋਲੂਸ਼ਨ ਲੈ ਕੇ ਆ ਸਕਦੇ ਨੇ ਉੱਥੋਂ? ਨਾ, ਇਹ ਤਾਂ ਵਿਚਾਰੇ ਪਤਾ ਨਹੀਂ ਪ੍ਰਧਾਨ ਮੰਤਰੀ ਤੱਕ ਪਹੁੰਚਣਗੇ ਵੀ। ਜੇ ਫੋਟੋ ਫਾਟੋ ਆਊਗੀ ਕੋਈ ਦੇਖਾਂਗੇ, ਕਿਤੇ ਐਵੇਂ ਦਫ਼ਤਰ 'ਚ ਬਹਿ ਕੇ ਨਾ ਮੁੜੇ ਆਉਣ। ਦੇਖਦੇ ਆ ਕੋਈ ਫੋਟੋ ਫਾਟੋ ਜੇ ਆਊਗੀ ਪ੍ਰਧਾਨ ਮੰਤਰੀ ਵਾਲੀ, ਪਾਉਣਗੇ ਅਬਲਾ ਤਾਂ ਉਹ ਦਿਖਾਉਣੀ ਨਹੀਂ। ਵੀ ਉਹ ਕਹਿੰਦੇ ਆ ਨਾ ਵੀ ਅੱਜ ਉਹਨਾਂ ਨੇ ਨਾਂ ਲੈ ਕੇ ਕਿਹਾ ਵੀ ਬੇਟੂ, ਤੇ ਕਹਿੰਦੇ ਆ ਵੀ ਸ਼ਾਇਦ ਸਾਨੂੰ ਕੋਈ ਪੁੱਛਦਾ ਹੀ ਨਹੀਂ। ਉਹ ਤਾਂ ਵਿਚਾਰੇ ਆਪਣੀ ਇੱਜ਼ਤ ਬਚਾਉਣਗੇ ਆ, ਦਿਖਾਉਣਗੇ ਆ ਵੀ ਸਾਨੂੰ ਪੁੱਛਦਾ ਏ। ਇਸ ਕਰਕੇ ਉਹ ਤਾਂ ਵਿਚਾਰੇ ਨਾ ਮੀਟਿੰਗਾਂ 'ਚ ਬਹਿੰਦੇ ਆ, ਨਾ ਉਹਨਾਂ ਨੂੰ ਮੀਟਿੰਗਾਂ 'ਚ ਸੱਦਦੇ ਆ। ਜਦੋਂ ਉਧਰ ਮੀਟਿੰਗ ਚੱਲਦੀ ਹੁੰਦੀ, ਉਹ ਵਿਚਾਰੇ ਪੰਜਾਬ ਭਨ ਖੜੇ ਤੁਹਾਡੇ ਮੂਹਰੇ ਚੈਨਲਾਂ ਦੇ ਆਪਣਾ ਦੁਕਾਨ ਚਲਾਉਂਦੇ ਆ। ਇਦੋਂ ਵੱਧ ਉਹਨਾਂ ਦੇ ਵਿਚਾਰਿਆਂ ਦੀ ਕੋਈ ਗੱਲ ਨਹੀਂ ਗੀ। ਉਹ ਤਾਂ ਸਾਨੂੰ ਕਹਿੰਦੇ ਸੀ ਵੀ ਅਸੀਂ ਤੁਹਾਡੇ ਨਾਲ ਚੱਲਾਂਗੇ, ਤੁਹਾਨੂੰ ਨਾਲ ਲੈ ਕੇ ਜਾਣਾ ਏ। ਇਹ ਔਨ ਰਿਕਾਰਡ ਉਹਨਾਂ ਨੇ ਕਿਹਾ ਸੀਗਾ। ਤੇ ਅੱਜ ਪਰ ਗੱਲ ਕੁਦਰਤੀ ਗੱਲ ਆ ਵੀ ਉਹਨਾਂ ਨੇ ਤੇ ਇਹ ਦਿਖਾਉਣਾ ਨਾ ਥੋੜਾ ਜਿਹਾ ਵੀ ਬੀਜੇਪੀ ਵਾਲੇ ਵੀ ਸਾਡੀ ਆਪ ਦੀ ਤਾਕਤ ਦਿਖਾਉਣੀ ਆ ਉਹਨਾਂ ਨੇ ਤਾਂ ਬਸ। ਹੋਰ ਉਹਨਾਂ ਨੂੰ ਕੰਮ ਨਹੀਂ ਵੀ ਹਜੇ ਕਾਨੂੰਨ ਬਣਾ ਕੇ ਤਾਕਤ ਘੱਟ ਦਿਖਾਈ ਆ, ਜਿਹੜੀ ਹਜੇ ਮਿਲ ਕੇ ਤੁਸੀਂ ਤਾਕਤ ਦਿਖਾਉਣੀ ਆ। ਤੁਸੀਂ ਤਿੰਨੋਂ ਕਾਨੂੰਨ ਬਣਾ ਕੇ ਤੇ ਅੱਜ ਜਿਹੜੇ ਵਾਪਸ ਨਹੀਂ ਲੈ ਰਹੇ, ਉਹ ਤਾਕਤ ਹੀ ਦਿਖਾ ਰਹੇ ਹੋ ਨਾ, ਹੋਰ ਕੀ ਦਿਖਾ ਰਹੇ ਹੋ? ਤੇ ਅੱਜ ਤੁਸੀਂ ਮਿਲ ਕੇ ਹੋਰ ਤਾਕਤ ਲੈ ਕੇ ਆ ਜਾਓਗੇ। ਹੈ ਗਰੀਬ ਪਾਵਰ ਐਰੋਗੈਂਸ ਮੰਨਿਆ ਜਾ ਰਿਹਾ ਕਿ ਜਿਸ ਤਰ੍ਹਾਂ ਦੇ ਨਾਲ ਪਾਵਰ ਐਰੋਗੈਂਸ ਹੁੰਦੀ ਵੀ ਸੱਤਾ ਹੈਗੀ ਆ, ਬਹੁਮਤ ਹੈਗਾ, ਤੇ ਫਿਰ ਉਸ ਤਰ੍ਹਾਂ ਨਾਲ ਹੋਏਗਾ ਜਿਸ ਤਰ੍ਹਾਂ ਅਸੀਂ ਚਾਹੁੰਦੇ। ਉਹ ਤਾਂ ਕਹਿ ਕੇ ਗਏ ਨੇ ਵੀ ਅਸੀਂ ਤਾਂ ਆਪਣੀ ਤਾਕਤ ਦਿਖਾਉਣੀ ਅੱਜ ਪ੍ਰਧਾਨ ਮੰਤਰੀ ਨੂੰ ਮਿਲ ਕੇ। ਦੱਸੋ, ਰਾਜੇ ਦੇ ਮੂਹਰੇ, ਲੋਕ ਪ੍ਰਜਾ ਦੇ ਮੂਹਰੇ, ਦੇਖੋ ਰਾਜਾ ਤਾਂ ਰਾਜਾ ਹੀ ਰਹਿਣਾ ਹੈ ਭਾਈ। ਅਸੀਂ ਤਾਂ ਮੰਗਣਾ ਵੀ ਉਹ ਤੋਂ ਹੀ ਆ। ਜਦੋਂ ਰਾਜਾ ਲੋਕਾਂ ਨੇ ਬਣਾਇਆ ਚੁਣਿਆ ਹੈ, ਉਹ ਤਾਂ ਉਹਨੇ ਰਾਜਾ ਹੀ ਰਹਿਣਾ ਹੈ 24 ਤੱਕ। ਤੇ ਇਸ ਕਰਕੇ ਉਹ 'ਚ ਤਾਕਤ ਦਿਖਾਓ ਨਾ ਦਿਖਾਓ, ਉਹ ਤਾਂ ਉਹਦੀ ਕੋਲ ਹੀ ਰਹਿਣੀ ਆ ਭਾਈ। ਲੋਕਾਂ ਦੀ ਦਿੱਤੀ ਤਾਕਤ ਹੈ, ਕਿਸੇ ਦੀ ਤਾਂ ਦਿੱਤੀ ਨਹੀਂ ਹੋਈ। ਪਰ ਤੁਸੀਂ ਅੱਜ ਜੇ ਪ੍ਰਧਾਨ ਮੰਤਰੀ ਦੇ ਗਏ ਹੋ ਤਾਂ ਤਿੰਨੋਂ ਬਿੱਲ ਪਤਾ ਲੱਗ ਜੂਗਾ। ਜੇ ਤਾਂ ਮੁੜਿਆ ਇਹ ਬਰੰਗ, ਫਿਰ ਤਾਂ ਮਤਲਬ ਇਹ ਪੰਜਾਬ ਨਾਲ ਹੈ ਨਹੀਂਗੇ। ਜੇ ਤਿੰਨੋਂ ਕਾਨੂੰਨ ਵਾਪਸ ਕਰਾ ਕੇ ਆਉਣਗੇ, ਫਿਰ ਇਹ ਪਿੰਡਾਂ 'ਚ ਵੜਨ ਜੋਗੇ ਹੋ ਜਾਣਗੇ। ਤੇ ਜੇ ਅੱਜ ਨਾ ਵਾਪਸ ਆਏ ਕਾਨੂੰਨ ਮਨਾਫ ਸੇ, ਮੈਨੂੰ ਨਹੀਂ ਲੱਗਦਾ ਫਿਰ ਇਹ ਪ੍ਰਧਾਨ ਮੰਤਰੀ ਦੀ ਕੋਠੀ 'ਚ ਹੀ ਰਹਿਣ, ਉੱਥੇ ਹੀ ਕਮਰਾ ਲੈਣ। ਪੰਜਾਬ 'ਚ ਤਾਂ ਜਾਣ ਜੋਗੇ ਹੈ ਨਹੀਂ। ਪਰ 8 ਤਰੀਕ ਦੀ ਜਿਹੜੀ ਮੀਟਿੰਗ ਹੈਗੀ ਹੈ, ਤੁਹਾਨੂੰ ਲੱਗਦਾ ਕਿ ਉਦੋਂ ਤੱਕ ਹੱਲ ਹੋ ਸਕਦਾ? ਕਿਉਂਕਿ ਉਸ ਤੋਂ ਅੱਗੇ ਪਾਰਲੀਮੈਂਟ ਸੈਸ਼ਨ ਦੀ ਜਿਸ ਤਰ੍ਹਾਂ ਦੇ ਨਾਲ ਮੈਂ ਗੱਲ ਕੀਤੀ, ਫਿਰ ਗੱਲ ਸੈਸ਼ਨ ਦੇ ਵਿੱਚ ਆਏਗੀ, ਤੁਹਾਡਾ ਰੋਲ ਦੁਬਾਰਾ ਤੋਂ ਉੱਥੇ ਜ਼ਿਆਦਾ ਐਕਟਿਵ ਹੋ ਜਾਏਗਾ। ਨਹੀਂ, ਇਹ ਤਾਂ ਜੀ 8 ਤਰੀਕ ਨੂੰ ਮੈਂ ਜਿਵੇਂ ਤੁਹਾਨੂੰ ਉਵੇਂ ਕਿਹਾ ਨਾ ਵੀ ਜੋ ਸਾਨੂੰ ਪਤਾ ਏ, ਜੋ ਇਹ ਬਿਲਕੁਲ ਬਿੱਲ ਵਾਪਸ ਲੈਣ ਦੇ ਉਹ 'ਚ ਨਹੀਂ ਗਏ। ਕੋਈ ਕਦੇ ਕੋਰਟ ਦੀ ਕੋਈ ਗੱਲ ਤਰੀਕਾ ਲੱਭਦੇ ਆ, ਕਦੇ MSP ਦੀ ਕੋਈ ਗੱਲ ਕਰਦੇ ਆ। ਦੱਸੋ ਹੁਣ ਆ 4 ਦੀ ਮੀਟਿੰਗ ਸੀ, ਅੱਜ ਇਹ ਆਪਣੇ ਆਪਣੇ ਦੌਰਿਆਂ ਤੇ ਚਲੇ ਗਏ ਹੋਣਗੇ ਮੰਤਰੀ, ਨਿੱਜੀ ਪ੍ਰੋਗਰਾਮਾਂ ਤੇ ਚਲੇ ਗਏ ਹੋਣਗੇ। 7 ਤਰੀਕ ਨੂੰ ਆ ਕੇ ਜਿਹੜੇ ਆਪਣੇ ਸੈਕਟਰੀ ਆ ਉਹਨਾਂ ਨੂੰ ਮਾੜਾ ਮੋਟਾ ਦੇਖ ਲੈਣਗੇ ਅੱਜ ਆਪਾਂ ਵੀ ਕੀ ਦਿਨ ਕਿਵੇਂ 8 ਦਾ ਕੱਢਣਾ। ਤੇ ਤਾੜੀ ਵਜਾ ਕੇ 8 ਨੂੰ ਬਾਹਰ ਮੀਡੀਆ ਖੜਾ ਹੋ, अब लंगर चल पिया, अब अलग खा लिया, अब चाय पी ली, अब अफसर आ गए, अब मंत्री 2 में से 1, क्योंकि अमित शाह जी ने अब राजनाथ जी को भेजा है लेकिन वो आए नहीं। ऑफिस में 5 मिनट के बाद अभी सोम प्रकाश जी निकल गए हैं। ये खबर होणगियां, उदों बाद कहोगे भी किसान बेचारे बस च बह के नमोश होकर 8 तरीक ਨੂੰ चले गए। ये गल होगी। ਆਖਰੀ ਸਵਾਲ, ਕੱਲ ਜਿਸ ਸਮੇਂ ਅਸੀਂ ਇਹ ਕਵਰ ਕਰ ਰਹੇ ਸੀਗੇ ਵਿਗਿਆਨ ਭਵਨ ਤੋਂ ਸਿੰਘੂ ਬਾਰਡਰ ਤੋਂ ਲੈ ਕੇ ਵਿਗਿਆਨ ਭਵਨ ਤੱਕ ਸਾਰੀ ਮੀਟਿੰਗ, ਉਸ ਦੌਰਾਨ ਬਹੁਤ ਸਾਰੇ ਕਿਸਾਨਾਂ ਨੇ ਇਸ ਗੱਲ ਤੇ ਉੱਤੇ ਵੀ ਨਾਰਾਜ਼ਗੀ ਜ਼ਾਹਿਰ ਕੀਤੀ ਕਿ ਜਿਹੜੇ ਪੰਜਾਬ ਦੇ ਵਿੱਚ FIR ਦਰਜ ਹੋਈਆਂ ਨੇ ਕੁਝ ਕਿਸਾਨਾਂ ਦੇ ਉੱਤੇ, ਉਹ ਕਹਿ ਰਹੇ ਕਿ ਸਰਕਾਰ ਉਸੇ ਤਰ੍ਹਾਂ ਦੇ ਨਾਲ ਰਿਐਕਟ ਕਰਨ ਲੱਗ ਗਈ ਜਿਸ ਤਰ੍ਹਾਂ ਦੇ ਨਾਲ BJP ਕਰ ਰਹੀ ਹੈ, ਚਾਹੇ ਅਸ਼ਵਨੀ ਸ਼ਰਮਾ ਦਾ ਵਿਰੋਧ ਕਰਨ ਤੇ ਹੋਏ, ਚਾਹੇ ਹੁਸ਼ਿਆਰਪੁਰ ਦੇ ਵਿੱਚ ਹੋਇਆ ਕੇਸ ਹੋਵੇ। ਉਹਨਾਂ ਨੂੰ ਪੁੱਛੋ ਤੇ ਫਿਰ ਇੱਥੇ ਬਿੱਟੂ ਤੇ FIR ਕਾਹਦੀ ਦਰਜ ਕਰਾਈ ਹੈ ਤੁਸੀਂ, ਇਹ ਵੀ ਪੁੱਛੋ ਨਾ BJP। ਤੇ ਦੂਜੀ ਗੱਲ, ਬਿਲਕੁਲ ਇਹ ਲੋਕਲ ਐਡਮਿਨਿਸਟ੍ਰੇਸ਼ਨ ਨੇ ਇੱਕ ਜਿਹੜੀ FIR ਦਰਜ ਕੀਤੀ ਆ। ਅਸੀਂ ਆਪਣੇ ਵੱਲੋਂ
ਗਵਰਨਮੈਂਟ ਨੂੰ ਸੀਐਮ ਸਾਹਿਬ ਨਾਲ ਇਹ ਇੱਕ, ਕਿਉਂਕਿ ਇਹ ਇੱਕ ਸੈਂਸ ਆ ਰਹੀ ਸੀ, ਪਰ ਉਹਨਾਂ ਨੇ ਕੀ ਲੋਕਲ ਉਸ ਵੇਲੇ ਐਸਐਸਪੀ ਨੇ ਕੀ ਫੈਸਲਾ ਲਿਆ ਜ਼ਿਲ੍ਹੇ ਦੀ ਨੇ, ਪਰ ਇਹ ਬਿਲਕੁਲ ਜਿਹੜੇ ਆ ਪਰਚੇ ਉਹ ਰੱਦ ਹੋਣੇ ਚਾਹੀਦੇ ਆ, ਬਿਲਕੁਲ ਉਹ ਪਰਚੇ ਵਾਪਸ ਹੋਣੇ ਚਾਹੀਦੇ ਆ ਤੇ ਹੋਣਗੇ ਵੀ। ਅਸੀਂ ਵਿਸ਼ਵਾਸ ਦਿਵਾਉਂਦੇ ਆ ਵੀ ਇਹ ਪਰਚੇ ਕਿਸਾਨਾਂ ਤੇ 100% ਆ ਜਿਹੜੇ ਉਹ ਨਹੀਂ ਹੋਣੇ ਚਾਹੀਦੇ ਤੇ ਵਾਪਸ ਹੋਣੇ ਚਾਹੀਦੇ ਆ। ਤੇ ਉਲਟਾ ਇਹਨਾਂ ਤੇ 302 ਦੇ ਮੁਕੱਦਮੇ, ਇਹ ਜਿਹੜੇ ਬੀਜੇਪੀ ਵਾਲੇ ਆ ਜਿਹੜੇ ਅੱਜ ਤੱਕ 60-61 ਸਾਡੇ ਲੋਕ ਸ਼ਹੀਦ ਹੋ ਗਏ ਉਰੇ, ਉਲਟਾ 302 ਦੇ ਮੁਕੱਦਮੇ ਇਹਨਾਂ ਤੇ ਪੰਜਾਬ ਵਾਲੇ ਬੀਜੇਪੀ ਵਾਲੇ ਤੇ ਹੋਣੇ ਚਾਹੀਦੇ ਆ। ਧੰਨਵਾਦ। ਸੋ ਇਹ ਰਵਨੀਤ ਸਿੰਘ ਬਿੱਟੂ ਇਹ ਗੱਲ ਦਾਵਾ ਇਹ ਕਰ ਰਹੇ ਨੇ, ਇਹ ਗੱਲ ਉਹਨਾਂ ਨੇ ਆਖੀ ਹੈ ਕਿ ਜਿਹੜੇ ਕਿਸਾਨਾਂ ਤੇ FIR ਹੋਈਆਂ ਨੇ ਪੰਜਾਬ ਦੇ ਵਿੱਚ, ਉਹ ਮੰਗ ਕਰ ਰਹੇ ਨੇ ਕਿ ਰੱਦ ਹੋਣੇ ਚਾਹੀਦੇ ਨੇ ਔਰ ਭਰੋਸਾ ਦਿਵਾ ਰਹੇ ਨੇ ਕਿ ਰੱਦ ਹੋਣਗੇ। ਦੂਸਰੀ ਵੱਡੀ ਗੱਲ ਜਿਹੜੀ ਉਹ ਕਹਿ ਰਹੇ ਨੇ ਕਿ ਕਿਸਾਨਾਂ ਦੀ 8 ਤਰੀਕ ਦੀ ਮੀਟਿੰਗ ਨੂੰ ਲੈ ਕੇ ਵੀ ਉਹਨਾਂ ਨੂੰ ਕੋਈ ਬਹੁਤੀ ਆਸ ਨਹੀਂ ਹੈਗੀ ਹੈ ਕਿ ਸਰਕਾਰ ਕੋਈ ਕਿਸਾਨਾਂ ਦੇ ਹੱਕ ਦੇ ਵਿੱਚ ਫੈਸਲਾ ਦੇਵੇਗੀ। ਔਰ ਦੂਸਰੀ ਗੱਲ ਨਾਲ ਉਹ ਇਹ ਗੱਲ ਕਹਿ ਰਹੇ ਨੇ ਕਿ ਅਗਲੀ ਮੀਟਿੰਗ ਦੇ ਵਿੱਚ ਜਦੋਂ ਕਿਸਾਨ ਜਾਣ ਤੇ ਬਿਹਤਰ ਹੋਏਗਾ ਕਿ ਉੱਥੇ ਬੈਠਣ, ਵਿਗਿਆਨ ਭਵਨ ਹੀ ਬੈਠਣ ਔਰ ਉੱਥੋਂ ਫੈਸਲਾ ਲੈ ਕੇ ਉੱਠਣ। ਹਾਲਾਂਕਿ ਵਿਗਿਆਨ ਭਵਨ ਦੇ ਵਿੱਚ ਧਰਨਾ ਲਾਉਣ ਦਾ ਜਾਂ ਨਾ ਲਾਉਣ ਦਾ ਫੈਸਲਾ ਆਖਿਰਕਾਰ ਕਿਸਾਨ ਜਥੇਬੰਦੀਆਂ ਨੇ ਆਪ ਹੀ ਲੈਣਾ ਹੈ। ਕੈਮਰਾਮੈਨ ਗੁਲਸ਼ਨ ਦੇ ਨਾਲ ਪਮਿਲ ਭਾਟੀਆ, ਦੈਨਿਕ ਸਵੇਰਾ, ਜੰਤਰ ਮੰਤਰ, ਦਿੱਲੀ। ऑल वर्ल्ड ओपन चैलेंज 17-टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन चोरा ठग्गा तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटिया विच समाधान। फ्री 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 मियां रफीक मोहम्मद। मोबाइल 84 374 94 647, 84 374 94 648।